ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਸਤਿਗੁਰ ਕੀ ਜਿਸਨੂੰ ਮਤਿ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੈ ਤਿਨ ਹੱਥ ਚੜਿਆ ਰਾਮ। ਬਾਣੀ ਗੁਰਬਾਣੀ ਲਾਗੈ ਤਿਨ ਹੱਥ ਚੜਿਆ ਰਾਮ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰਤਾ ਗੱਦੀ ਤੇ ਸੁਭਾਏਮਾਨ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਮੁਕੱਦਸ ਗੋਦ ਅੰਦਰ ਬੈਠ ਕਰ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਦਾਬਰਤ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ 11 ਭਾਦਰੋਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਪਰਮ ਸਨਮਾਨਯੋਗ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਦਾਸਰੇ ਤੋਂ ਪਹਿਲਾਂ ਇਤਿਹਾਸਕ ਅਸਥਾਨ ਗੁਰਦੁਆਰਾ ਭੱਠਾ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਜੀ ਪਾਸੋਂ ਆਪ ਜੀਆਂ ਨੇ ਅਲਾਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਕੁਝ ਕੁ ਸਮੇਂ ਲਈ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਗੁਰੂ ਗੋਦ ਵਿੱਚ ਬੈਠ ਕਰ ਅਲਾਹੀ ਗੁਰਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਜੀ। ਆਰੰਭਤਾ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸਰਵੰਸਦਾਨੀ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੁਆਰਾ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਬੜੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਵੱਡਾ ਉਪਰਾਲਾ
ਇਸਤਰੀ ਸਤਸੰਗ ਸਭਾ ਰੋਪੜ ਤੇ ਬੀਬੀ ਅਮਰਜੀਤ ਕੌਰ ਜੀ ਅਤੇ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ ਕਿ ਜਿੱਥੇ ਅੱਜ 11 ਭਾਦਰੋਂ ਦਾ ਦਿਹਾੜਾ ਹੈ, ਉੱਥੇ ਗੁਰਦੇਵ ਦੀ ਕਿਰਪਾ ਦੇ ਨਾਲ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜੋ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ, ਕੱਲ ਦੇ ਦਿਹਾੜੇ ਆ ਰਹੇ ਹੈ, ਪਰ ਕੱਲ ਰੋਜ਼ ਤੋਂ ਹੀ ਉਹ ਬੜੀ ਸ਼ਰਧਾ ਦੇ ਨਾਲ ਸਮੁੱਚੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ। ਜਿਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਅਸੀਂ ਨਮਸਕਾਰ ਕਰਦੇ ਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਉਹ ਪਾਵਨ ਪ੍ਰਕਾਸ਼ ਦਿਹਾੜਾ ਅਸੀਂ ਸਮੁੱਚੇ ਸੰਸਾਰ ਵਿੱਚ ਮਨਾਉਂਦੇ ਹਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ, ਜਿੱਥੇ ਸਾਨੂੰ ਬਾਰ-ਬਾਰ ਇਹ ਸ਼ਬਦ ਆਖੇ ਜਾਂਦੇ ਨੇ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਦੋਂ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੜ੍ਹੋਗੇ, ਪਤਾ ਚੱਲੇਗਾ ਸਤਿਗੁਰੂ ਨੇ ਜਦੋਂ ਸ਼ਬਦ ਦੀ ਪਰਿਭਾਸ਼ਾ ਦਿੱਤੀ, ਉਹਨਾਂ ਨੇ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅਮੋਲਕ ਬਚਨ ਹਨ ਕਿ ਅਸਲ ਵਿੱਚ ਸ਼ਬਦ ਤੋਂ ਹੀ ਸਭ ਕੁਝ ਬਣਿਆ ਹੈ। ਤੁਸੀਂ 16ਵੀਂ ਪੌੜੀ ਵਿੱਚ ਪੜ੍ਹਦੇ ਹੋ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਕਵਾਓ ਦਾ ਅਰਥ ਹੁੰਦਾ ਹੈ ਹੁਕਮ। ਰੱਬ ਜੀ ਦਾ ਇੱਕ ਹੁਕਮ ਹੋਇਆ, ਉਹਨੇ ਆਪਣੀ ਰਸਨਾ ਤੋਂ ਇੱਕ ਬੋਲ ਬੋਲਿਆ ਤੇ ਇਹ ਸਾਰਾ ਸੰਸਾਰ ਦਾ ਜਿਹੜਾ ਪਸਾਰਾ ਸੀ ਉਹ ਬਣ ਗਿਆ। ਜਦੋਂ ਤੁਸੀਂ ਹੋਰ ਮੱਤਾਂ ਨੂੰ ਵੀ ਨਾਲ ਐਡ ਕਰੋਗੇ, ਪਤਾ ਚੱਲੇਗਾ ਹਿੰਦੂ ਮਤ ਦੇ ਅੰਦਰ ਇਹ ਆਖਿਆ ਜਾਂਦਾ ਕਿ ਜਦੋਂ ਭਗਵਾਨ ਦੀ ਰਸਨਾ ਤੋਂ ਨਿਕਲਿਆ ਓਮ ਸ਼ਬਦ ਤੇ ਸੰਸਾਰ ਦੀ ਉਤਪਤੀ ਹੋਈ। ਜਦੋਂ ਮੁਸਲਮਾਨੀ ਧਰਮ ਨੂੰ, ਯਹੂਦੀ ਧਰਮ ਨੂੰ ਪੜ੍ਹੋਗੇ ਤੇ ਪਤਾ ਚੱਲੇਗਾ ਕਿ ਜਦੋਂ ਉਸ ਖੁਦਾ ਨੇ ਆਪਣੀ ਰਸਨਾ ਤੋਂ ਕੁਨ ਸ਼ਬਦ ਉਚਾਰਿਆ, ਉਦੋਂ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਹੋਂਦ ਵਿੱਚ ਆਈ। ਗੁਰੂ ਨਾਨਕ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਸ਼ਬਦ ਤੋਂ ਹੀ ਇਹ ਸਾਰਾ ਪਸਾਰਾ ਹੈ, ਸ਼ਬਦ ਤੋਂ ਹੀ ਇਹ ਸਾਰੀ ਉਤਪਤੀ ਹੈ। ਪਰਮਾਤਮਾ ਨੇ ਸ਼ਬਦ ਬੋਲਿਆ, ਹੁਕਮ ਕੀਤਾ ਤੇ ਇਤਨਾ ਵੱਡਾ ਪਸਾਰਾ ਬਣ ਪਿਆ ਤੇ ਜ਼ਿੰਦਗੀ ਦੇ ਲੱਖਾਂ ਦਰਿਆ ਜਿਹੜੇ ਸੀ ਉਹ ਵਹਿ ਤੁਰੇ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਫਿਰ ਜਦੋਂ ਅੱਗੇ ਪੌੜੀਆਂ ਵਿੱਚ ਪੜ੍ਹਦੇ ਹਾਂ, ਗੁਰੂ ਨੇ ਅੱਖਰਾਂ ਦੀ ਗੱਲ ਕੀਤੀ ਹੈ। ਕਿਹਾ ਪਿਆਰਿਓ, ਕਿਸੇ ਵੀ ਚੀਜ਼ ਨੂੰ ਅਸੀਂ ਦਰਸਾਉਣਾ ਹੋਵੇ, ਦੱਸਣਾ ਹੋਵੇ ਤੇ ਸਾਨੂੰ ਅੱਖਰਾਂ ਦੇ ਰਾਹੀਂ ਦੱਸਣਾ ਪਏਗਾ। ਪਰ ਹਾਂ, ਜਿਹੜਾ ਉਹ ਪਰਮਾਤਮਾ ਹੈ, ਭਾਵੇਂ ਪੂਰਾ ਗੁਰੂ ਗ੍ਰੰਥ ਸਾਹਿਬ ਅੱਖਰਾਂ ਵਿੱਚ ਰੱਬ ਦੀ ਉਸਤਤ ਕਰਦਾ ਹੈ, ਪਰ ਯਾਦ ਰੱਖਿਓ ਗੁਰੂ ਨਾਨਕ ਦੀ ਬਾਣੀ ਕਹਿੰਦੀ ਹੈ, ਪਿਆਰਿਆ ਮੈਂ ਅੱਖਰਾਂ ਵਿੱਚ ਬਿਆਨ ਤਾਂ ਕਰ ਰਿਹਾ, ਪਰ ਇੱਕ ਗੱਲ ਚੇਤੇ ਰੱਖੀ, ਅੱਖਰਾਂ ਵਿੱਚ ਵੀ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਦੋਂ ਤੁਸੀਂ ਬਾਣੀ ਨੂੰ ਪੜ੍ਹੋਗੇ ਨਾ, ਕਈ ਥਾਵਾਂ ਤੇ ਆਏਗਾ, ਜਦੋਂ ਤੁਸੀਂ ਜਪਜੀ ਦੀ ਬਾਣੀ ਹੀ ਪੜ੍ਹੋ, ਜਦੋਂ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਮੈਂ ਕਿੰਨੇ ਕੁ ਗੁਣ ਤੇਰੇ ਆਖਾਂ, ਕਿੰਨੇ ਕੁ ਤੇਰੇ ਗੁਣਾਂ ਦਾ ਵਖਿਆਨ ਕਰਾਂ, ਮੇਰੇ ਕੋਲ ਇੰਨੇ ਬੋਲ ਨਹੀਂ ਜਿਨ੍ਹਾਂ ਬੋਲਾਂ ਦੇ ਨਾਲ ਮੈਂ ਤੇਰਾ ਅੰਤ ਪਾ ਸਕਾਂ। ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਸਾਧ ਸੰਗਤ ਫਿਰ ਸਤਿਗੁਰੂ ਜੀ ਨੇ
गुरु अर्जन दे पातशाह ने धनासरी राग च एक बचन आख्या, कहन लगे परमात्मा मेरी एक जेवा है, तेरे गुण अनेक ने, ते मेरी एक जेवा तेरे गुणां दा अंत नहीं पा सकती। सतगुरु दे बचन जेहवा एक कवन गुण कहिए, बेशुमार बेअंत स्वामी, तेरो अंत न किन ही लही है। कबीर साहब ने बड़ा प्यारा शब्द आख्या। कबीर साहब कहते ने वेखो मन्निया जांदा शेष नाग दे 1000 मुख ने, 1000 जेवे, 1000 जेवा दे नाल ओ 1000 बार रोज रब दा नाम जपदे। पर कहन लगे परमात्मा तेरे गुण इन्ने ने कि शेष नाग तेरो मर्म न जाना। मर्म दा अर्थ हुंदा अंत। हे वाहिगुरु शेष नाग वर्गा भी तेरा अंत नहीं पा सकता। मेरी तो एक जेवे, मैं तेरे अंत नूं किवें पावां। पर हाँ दर्शाउण दे लई साडे कोल अखरां दा ते शब्दां दा होना बहुत जरूरी है। मनुख दी यात्रा संसार तो निरंकार तक है, ते उस यात्रा दे विच सानू केड़े राह ते तुरने ये गुरु का शब्द सिखाएगा, ये गुरु का शब्द सोझी देगा। देखो जदों तुसी रोड ते चलो ना, रोड ते सैन लगे ने, रोड उत्ते शब्द लिखे ने, वो सैन भी कुछ दसदे ने, लिखे हुए शब्द भी दसदे ने भी आ तेरी मंजिल है, ते किन्ने किलोमीटर रह गए, ते केड़े राह ते तुरेगा ते मंजिल तक पहुंच जाएंगे। साडी यात्रा संसार तो निरंकार तक है, ते धन गुरु ग्रंथ साहिब दा एक एक शब्द साडी उस यात्रा दे विच साडी मदद करन वाला है, साडे जीवन नूं जोड़न वाला है। धन गुरु नानक पातशाह जी ने जदों संसार दे विच विचरे, जोगियां नाल चर्चा हुई, ते भाई साहब भाई गुरदास कहंदे ने उन्हां जोगियां नाल कीती हुई चर्चा विच गुरु ने उन्हां जोगियां नूं जित्तिया किहदे सहारे जी? शब्द दे सहारे। वाचन हन शब्द जित्ती सिद्ध मंडली, कीतोन अपना पंथ निराला। शब्दां द्वारा गुरु ने उन्हां सिद्धां दी मंडली नूं जित्तिया सी। कदे गुरु नानक नूं बालड़ा कहण वाले एक सवाल पुछदे ने, नानक ए दस भी तेरा गुरु कौन है ते तू किहदा चेला है? ते गुरु नानक दा जवाब सी शब्द गुरु सुरत तुन चेला। देखो ये संबंध साडा गुरु दी संगत विच आके भी बने। अज तुसी भादरों दी मस्सिया जिहड़ी मना रहे हो, इस दे संबंध विच बैठे हो, पर बैठना वखरी गल है, इत्थे संबंध जोड़ना वखरी गल है। इत्थे तुसी संबंध किवें जोड़ने? मेरा गुरु शब्द है ते मेरी सुरत चेला बन जाए, बस जिद्दन ये संबंध जुड़ गया, याद रखियो सारी तरह की भटकना ही खत्म हो जाएगी, सारी तरह की दुविधा ही खत्म हो जाएगी। जदों दुविधा उदों है जदों साध संगत गुरु तां शब्द नूं मनदे हो, पर साडी सुरत करके शब्द नाल नहीं जुड़ी हुंदी। फिर साध संगत मैनूं गल चेते आ जांदी है, जदों तुसी सुखमणी पढ़ो, सुखमणी साहिब दी बाणी विच गुरु ने किन्ने प्यार नाल आखिया, कहन लगे रहत अवर कश अवर कमावत। जदों तक सुरत नहीं ना जुड़दी, रहत गुरु दी कुछ होर कहंदी हुंदी है ते असी कमा कुछ होर ही रहे हुंदे। रहत अवर कश अवर कमावत, मन नहीं प्रीत मुखो गंढ लावत। मन तो प्रीत नहीं पाई। अज तुसी सारे कहंदे तां हो भी सब सिखन को हुक्म है गुरु मान्यो ग्रंथ, पर याद रखियो माफ करना जदों गुरु ग्रंथ नूं गुरु मनण वाले गुरु ग्रंथ दी नहीं मनदे, उदों फिर भटकना शुरू हो जांदी। रहत अवर कश अवर कमावत, मन नहीं प्रीत मुखो गंढ लावत। बस मुख दियां गंढां पईयां ने, अंदरों गंढ हले तक नहीं पाई। गुरु नानक जी ने साडी गंढ जोड़ी है धन गुरु ग्रंथ साहिब दे बोलां दे नाल। गुरु नानक पातशाह ने जिन्ने भी बोल धुरकी बाणी दे उचारे, उन्हां नूं एक पोथी विच दर्ज करके
ਆਪਣੇ ਕੋਲ ਸੰਭਾਲ ਕੇ ਰੱਖਿਆ ਸੀ। ਗੁਰੂ ਨਾਨਕ ਜੀ ਨੇ 19 ਰਾਗਾਂ ਦੇ ਅੰਦਰ ਸਾਧ ਸੰਗਤ ਬਾਣੀ ਉਚਾਰੀ ਤੇ ਬਾਣੀ ਉਚਾਰ ਕੇ ਆਪਣੇ ਕੋਲ ਸੰਭਾਲੀ ਹੈ। ਜਦੋਂ ਉਹਨਾਂ ਨੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ, ਜਿੱਥੇ ਗੁਰਤਾ ਗੱਦੀ ਦਿੱਤੀ ਉੱਥੇ ਉਸ ਬਾਣੀ ਦੀ ਪੋਥੀ ਨੂੰ ਵੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਸੌਂਪਿਆ। ਗੁਰੂ ਅੰਗਦ ਦੇ ਪਾਤਸ਼ਾਹ ਨੇ ਗੁਰਤਾ ਗੱਦੀ ਤੇ ਰਹਿੰਦਿਆਂ ਹੋਇਆਂ ਗੁਰੂ ਨਾਨਕ ਦੀ ਉਸ ਜੋਤ ਨੇ 63 ਸ਼ਲੋਕ ਉਚਾਰੇ ਨੇ। ਸਿਰਫ 63 ਸ਼ਲੋਕ ਨੇ ਗੁਰੂ ਅੰਗਦ ਦੇ ਪਾਤਸ਼ਾਹ ਦੇ, ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਅੰਦਰ 9 ਵਾਰਾਂ ਵਿੱਚ ਢੁਕਵੀਆਂ ਥਾਵਾਂ ਤੇ ਦਰਜ ਨੇ। ਗੁਰੂ ਅਮਰਦਾਸ ਜੀ ਦਾ ਸਮਾਂ ਆਇਆ, ਉਹਨਾਂ ਨੇ 17 ਰਾਗਾਂ ਵਿੱਚ ਬਾਣੀ ਉਚਾਰ ਕੇ ਉਹ ਪੋਥੀ ਜਿਹੜੀ ਸੀ ਆਪਣੇ ਕੋਲ ਆਈ, ਉਹ ਗੁਰੂ ਰਾਮਦਾਸ ਜੀ ਨੂੰ ਅੱਗੇ ਬਖਸ਼ੀ। ਹੁਣ ਗੁਰੂ ਰਾਮਦਾਸ ਜੀ ਦੀ ਜਦੋਂ ਸਮਾਂ ਆਉਂਦਾ, ਇੱਕ ਬਚਨ ਪੜ੍ਹਦੇ ਹਾਂ ਅਸੀਂ ਸੱਤਾ ਤੇ ਬਲਵੰਡ ਦੀ ਰਾਗ ਰਾਮਕਲੀ ਵਾਰ ਦੇ ਅੰਦਰ। ਬਚਨ ਹੈ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਹੁਣ ਉਹ ਕਿਹੜੀ ਗੱਲ ਸੀ ਜਿਹਦੇ ਕਰਕੇ ਸੱਤਾ ਤੇ ਬਲਵੰਡ ਜੀ ਨੇ ਧੰਨ ਗੁਰੂ ਰਾਮਦਾਸ ਜੀ ਦੀ ਵਡਿਆਈ ਕੀਤੀ ਹੈ। ਇੱਕ ਤਾਂ ਵਡਿਆਈ ਉਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਜਿਹੜੀ ਦੂਜੀ ਵਡਿਆਈ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਪੜ੍ਹ ਕੇ ਵੇਖਿਓ, ਕੁੱਲ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ, ਤੇ 31 ਰਾਗਾਂ ਵਿੱਚੋਂ 19 ਰਾਗ ਜਿਹੜੇ ਸੀ ਉਹ ਪਹਿਲੇ ਗੁਰੂਆਂ ਨੇ ਉਚਾਰੇ ਨੇ, 11 ਰਾਗ ਜਿਹੜੇ ਨੇ ਕੱਲੇ ਧੰਨ ਗੁਰੂ ਰਾਮਦਾਸ ਜੀ ਨੇ ਉਚਾਰੇ। ਤੇ ਕਦੇ ਪਿਛੋਕੜ ਪੜ੍ਹ ਕੇ ਵੇਖੋ, 7 ਸਾਲ ਦੀ ਉਮਰ ਤੱਕ ਜਿਹਦੇ ਮਾਂ ਪਿਓ ਚੜ੍ਹਾਈ ਕਰ ਜਾਣ, 5 ਸਾਲ ਜਿਹੜਾ ਘੁੰਗਣੀਆਂ ਵੇਚ ਕੇ ਗੁਜ਼ਾਰੇ, ਉਹ ਤੋਂ ਬਾਅਦ ਇੱਕ ਦਿਨ ਵੀ ਜਿਹੜਾ ਕਿਸੇ ਪਾਠਸ਼ਾਲਾ ਵਿੱਚ ਪੜ੍ਹਨ ਨਾ ਗਿਆ ਹੋਵੇ, ਪਰ ਜੇ ਗੁਰੂ ਨਾਨਕ ਦੀ ਜੋਤ ਅੰਦਰ ਵਰਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 30 ਰਾਗਾਂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਹੈ। 31 ਵਿੱਚੋਂ 30 ਰਾਗ ਨੇ ਜਿਨ੍ਹਾਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ, ਗੁਰੂ ਰਾਮਦਾਸ ਜੀ ਨੇ ਬਾਣੀ ਉਚਾਰੀ। ਉਚਾਰ ਕੇ ਹੁਣ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਬੈਠਦੇ ਨੇ, 18 ਸਾਲਾਂ ਦੀ ਉਮਰ ਹੈ ਗੁਰੂ ਅਰਜਨ ਦੇ ਪਾਤਸ਼ਾਹ ਦੀ, ਉਹ ਗੁਰਤਾ ਗੱਦੀ ਤੇ ਬੈਠੇ, ਤੇ ਜਿਸ ਦਿਨ ਬੈਠੇ ਉਸੇ ਦਿਨ ਹੀ ਬਾਬਾ ਪ੍ਰੀਥੀ ਚੰਦ ਨੇ ਝਗੜਾ ਸ਼ੁਰੂ ਕਰ ਦਿੱਤਾ ਕਿ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ। ਬਹੁਤ ਸਾਰੀਆਂ ਚਾਲਾਂ ਉਹਨੇ ਖੇਡੀਆਂ, ਮੈਂ ਬਹੁਤਾ ਵਿਸਤਾਰ ਨਾ ਕਰਾਂ, ਗੁਰੂ ਗ੍ਰੰਥ ਸਾਹਿਬ ਉੱਤੇ ਆਵਾਂ। ਕਹਿਣ ਲੱਗੇ ਉਹਨੇ ਸਭ ਤੋਂ ਵੱਡੀ ਚਾਲ ਹੁਣ ਖੇਲਣੀ ਆਰੰਭ ਕੀਤੀ। ਉਹ ਸੋਚਦਾ ਕਿ ਮੈਂ ਤਾਂ ਗੁਰੂ ਨਹੀਂ ਬਣ ਸਕਿਆ, ਮੇਰਾ ਪੁੱਤਰ ਮਿਹਰਬਾਨ ਗੁਰੂ ਬਣੇ। ਤੇ ਧਿਆਨ ਕਰਿਓ, ਉਹਨੇ ਤਰੀਕਾ ਅਪਣਾਇਆ, ਜਿਹੋ ਜਿਹਾ ਦਰਬਾਰ ਸਾਹਿਬ ਤੁਸੀਂ ਅੱਜ ਵੇਖਦੇ ਹੋ ਨਾ, ਇਹੋ ਜਿਹਾ ਦਰਬਾਰ ਸਾਹਿਬ ਉਹਨੇ ਸਾਧ ਸੰਗਤ ਜੀ ਆਪਣੇ ਸਹੁਰੇ ਪਿੰਡ ਹੇਰ ਵਿੱਚ ਬਣਾਇਆ ਸੀ। ਉਹਨੇ ਬਣਾ ਲਿਆ, ਪਰ ਹੁਣ ਕਮੀ ਕਿਹੜੀ ਸੀ ਉਹਦੇ ਕੋਲ? ਉਹਦੇ ਕੋਲ ਬਾਣੀ ਨਹੀਂ ਸੀ। ਉਹਨੇ ਆਪਣੇ ਪੁੱਤਰ ਮਿਹਰਬਾਨ ਨੂੰ ਆਖਿਆ ਵੀ ਪੁੱਤਰ, ਤੂੰ ਲਿਖਦਾ ਚੰਗਾ ਹੈ, ਇੱਕ ਕੰਮ ਕਰ, ਗੁਰੂ ਅਰਜਨ ਦੇ ਪਾਤਸ਼ਾਹ ਕੋਲ ਬਾਣੀ ਹੈ, ਸਾਡੇ ਕੋਲ ਬਾਣੀ ਨਹੀਂ, ਤੂੰ ਬਾਣੀ ਉਚਾਰ। ਹੁਣ ਧਿਆਨ ਕਰਿਓ, ਬਾਬੇ ਮਿਹਰਬਾਨ ਨੇ ਵੱਖੋ ਵੱਖ ਕਵੀਆਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਇਕੱਤਰ ਕੀਤੀਆਂ, ਇਕੱਤਰ ਕਰਕੇ ਇੱਕ ਗ੍ਰੰਥ ਤਿਆਰ ਕਰਨ ਲੱਗਿਆ, ਇੱਕ ਗ੍ਰੰਥ ਤਿਆਰ ਕਰਨ ਲੱਗੇ ਹੈ। ਪਰ ਉਹਦੇ ਵਿੱਚ ਚਾਲ ਕਿਹੜੀ ਖੇਡ ਰਿਹਾ ਹੈ, ਮੈਂ ਉਹ ਚਾਲ ਦੀ ਗੱਲ ਜ਼ਰੂਰ ਕਰਨੀ ਚਾਹੁੰਦਾ ਹਾਂ, ਕਿਉਂਕਿ ਜਿੱਥੇ ਕਵਿਤਾ ਤੁਸੀਂ ਪੜ੍ਹਦੇ ਹੋ, ਕਵਿਤਾ ਦੇ ਅਖੀਰ ਵਿੱਚ ਕੋਈ ਵੀ ਗੀਤ ਹੋਵੇ, ਉਹਦੇ ਅਖੀਰ ਵਿੱਚ ਕਵੀ ਦਾ ਨਾਂ ਜ਼ਰੂਰ ਹੁੰਦਾ ਵੀ ਕਿਹਨੇ ਲਿਖੀ ਹੈ। ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹੋ, ਜੇ ਭਗਤਾਂ ਦੀ ਬਾਣੀ ਹੈ ਤੇ ਅਖੀਰਲੀ ਪੰਕਤੀ 'ਚ ਭਗਤ ਦਾ ਨਾਮ, ਜੇ ਗੁਰੂਆਂ ਦੀ ਬਾਣੀ ਹੈ ਅਖੀਰ 'ਚ ਗੁਰੂ ਨਾਨਕ ਦਾ ਨਾਮ। ਧਿਆਨ ਕਰਿਓ, ਜਿਹਦੀ ਬਾਣੀ ਹੈ ਉਹਦਾ ਨਾਂ ਅਖੀਰ 'ਚ ਹੁੰਦਾ ਹੈ। ਮਿਹਰਬਾਨ ਨੇ ਜਿਹੜੀ ਚਾਲ ਖੇਡੀ ਹੈ, ਉਹ ਸ਼ਬਦ ਤਾਂ ਆਪਣਾ ਬਣਾ ਕੇ ਲਿਖ ਰਿਹਾ ਹੈ, ਕਵਿਤਾ ਆਪਣੀ ਬਣਾ ਰਿਹਾ ਹੈ,
पर अखीर विच जिहड़ा ना पा रहे हो ना अपना नहीं पाउंदा, ना नानक दा पाउंदा। ध्यान करियो, ना अपना नहीं पाउंदा ना नानक दा पाउंदा है। उहने इत्थों तक चाल खेडी है, महला 6वां भी बनाया, महला 7वां भी बनाया, महला 8वां भी बनाया। हुण ध्यान करियो, तुसीं कदे गुरु ग्रंथ साहिब नूं पढ़ो। गुरु ग्रंथ साहिब अंदर ना तो महला 6वें सरलेख हेठ बाणी है, ना 7वें थले बाणी है, ना ही 8वें थले बाणी। वो तुसी कदे विचार कीती भी क्यों नहीं है? ये भी एक बाबे प्रिथी चंद दी चाल सी। बाबे प्रिथी चंद नूं जेड़ा मेहरबान है, वो महला 6वां लिख रहे है, 7वां महला अपने आप नूं लिखदा है, ते 8वां महला अपने पुत्र आनंद नूं लिखदा है। याद रखियो, 3 महले मेहरबान ने शामिल कीते सी। गुरु अर्जन दे पातशाह ने, याद रखियो, तीनों ही गुरु साहिबान ने बाणी इसलिए नहीं उचारी ताकि कल नूं भुलेखा ना पवे कि महला 6वां भी है ते 7वां भी। असी इस गल नूं समझे नहीं। वो मेहरबान कविता लिखदा है, अखीर विच नानक शब्द लिख दिंदा है। अज भी तुसी माफ करियो, असी बैठे हैं इतिहासक दिहाड़े ते, पर अज भी तुसी ध्यान दे के मेरी गल नूं समझियो। 3 पंक्तियां मैं बोलांगा ते 3 पंक्तियां अज साडे अंदर घर घर विच बैठियां होईयां। पहली पंक्ति, कच्ची बाणी तो अपने आप ही साडे कोल चल के आ गई ते असी इन्ने अविसले हाँ। गुरु ग्रंथ साहिब नूं पढ़न वाला, गुरु ग्रंथ साहिब नूं गुरु मनण वाला भी वो पंक्तियां दा अज इस्तेमाल कर रहा। पहली पंक्ति है जी, हुण सद्दे पत्तर बनने ने, विआहां दे दिन चलने ने पंजाब विच, ते तुसीं उन्हां कार्डां दे उत्ते ना एक पंक्ति आम पढ़ी हुई, आम लिखी हुई देखोगे, ते पंक्ति है, सतगुर दाते काज रचाया, अपनी मेहर बनाई, दासां कारज आप सवारे, ये उसदी वडियाई। 1430 अंग विच गुरु ग्रंथ साहिब च पंक्ति नहीं, पर वो साडे कार्डां ते आ गई। असी कित्थों भुलेखा खादा भी सतगुर दाते काज रचाया, भी पता नहीं गुरु दी वो पंक्ति है, भुलेखा खा गए। दूजी पंक्ति साडे कोल आई ते असी बड़ी उन्होंने हाईलाइट करके लिखिया, ते वो पंक्ति सी नाम खुमारी नानका चढ़ी रहे दिन रात। किसे कवि दी है, गुरु ग्रंथ साहिब दी पंक्ति नहीं। पर सानू कित्थों भुलेखा पिया जी भी इहदे च नानक शब्द आउंदा है, शायद इत्थों लगदा भी गुरु ग्रंथ साहिब दी पंक्ति है। ध्यान करियो, तीजी पंक्ति है, वो पंक्ति सी, नानक नीवे जो चले तिस लगे ना ताती वाओ। असी उत्थे भी नानक शब्द वरतिया वेख लिया ते सोचिया भी नानक नीवे जो चले तिस लगे ना ताती वाओ। 1430 अंग विच किधरे भी पंक्ति नहीं, पर असी जदों पढ़दे ते विचारिया नहीं ते साडे कोल ये भुलेखा आम पै गए। जे अज भुलेखा है, शायद उस वेले भी ये भुलेखा पै सकदा सी। मेहरबान ने कविता लिखी, नानक शब्द पाया ते एक कविता पहुंच गई। जदों उन्होंने वो पढ़ी ना, गुरु अर्जन दे पातशाह ने अगला आउण वाला खतरा जान के समुचे मुखी सिखां दी एक मीटिंग की है। और वो मुखी सिखां च बाबा बुढ़ा जी, तत बेते, भाई गुरदास जी, भाई बन्नो जी, भाई लंगाह जी, भाई जेठा जी, ये मुखी सिखां नूं एकत्र करके एक मीटिंग करके एक फैसला होया भी जिन्नी सच्ची बाणी है उन्होंने एक थां ते एकत्र करके एक ग्रंथ तैयार किया जाए। ग्रंथ का अर्थ हुंदा इकट्ठ, ग्रंथ का अर्थ हुंदा एक थां ते एकत्रता। गुरु ग्रंथ साहिब की इस स्थापना का एक मुठ बन्निया गया। गुरु अर्जन देव जी ने फैसला कर लिया कि जिन्नी बाणी है सच्ची वो सारी एक थां ते एक जिरत विच बन दिती जाएगी। हुण वो फैसला हो गया। गुरु अर्जन देव जी लगे ने इस सेवा विच। उन्होंने लखारी भाई गुरदास जी नूं बनाया, भाई बन्नो जी स्याही
ਅਤੇ ਦੁਆਤ ਕਲਮ ਦਾ ਇੰਤਜ਼ਾਮ ਕਰਦੇ ਨੇ। ਭਾਈ ਜੇਠਾ ਜੀ ਕਸ਼ਮੀਰ ਦੀ ਧਰਤੀ ਤੋਂ ਕਾਗਜ਼ ਲਿਆਉਣ ਦਾ ਕੰਮ ਕਰਦੇ। ਇਹ ਸੇਵਾ ਆਰੰਭ ਹੋ ਗਈ। ਰਾਮਸਰ ਸਰੋਵਰ ਦਾ ਕਿਨਾਰਾ ਹੈ। ਸਾਧ ਸੰਗਤ ਜੀ ਪੰਚਵਟੀ ਦਾ ਉਹ ਸਥਾਨ ਜਿੱਥੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਇਕਾਂਤ ਵਿੱਚ ਬੈਠ ਕੇ ਭਾਈ ਗੁਰਦਾਸ ਜੀ ਕੋਲੋਂ ਪਾਵਨ ਪਵਿੱਤਰ ਬੀੜ ਲਿਖਵਾਉਣ ਲੱਗੇ ਨੇ। ਤੇ ਆਰੰਭ ਕਿੱਥੋਂ ਹੋਇਆ ਜੀ? ਮੂਲ ਮੰਤਰ ਤੋਂ ਆਰੰਭ ਹੁੰਦਾ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪਜੀ ਦੀ ਬਾਣੀ ਆਉਂਦੀ ਹੈ। ਉਹ ਤੋਂ ਬਾਅਦ ਗੁਰਦੇਵ ਜੀ ਦੇ ਸਮੇਂ ਜਿੰਨੀ ਰਹਿ ਰਾਸ ਦੀ ਪਾਵਨ ਪਵਿੱਤਰ ਬਾਣੀ ਸੀ ਸੋ ਦਰ ਸਰਲੇਖ ਆਉਂਦਾ, ਉਹਦੇ ਥੱਲੇ ਸ਼ਬਦ ਨੇ। ਫਿਰ ਸੋ ਪੁਰਖ ਸਰਲੇਖ ਆਉਂਦਾ, ਉਹਦੇ ਥੱਲੇ ਸ਼ਬਦ ਨੇ। ਤੇ ਫਿਰ ਸੋਹਿਲਾ ਸਾਹਿਬ ਦੀ ਬਾਣੀ ਆਉਂਦੀ ਹੈ। ਇਹ ਪਹਿਲਾਂ ਨਿਤਨੇਮ ਦੀਆਂ ਬਾਣੀਆਂ, ਉਹ ਤੋਂ ਬਾਅਦ ਫਿਰ ਰਾਗ ਸ਼ੁਰੂ ਹੁੰਦੇ ਨੇ। ਸਾਧ ਸੰਗਤ ਗੁਰੂ ਅਰਜਨ ਦੇ ਪਾਤਸ਼ਾਹ ਅੱਗੇ ਸੀਸ ਝੁਕਾਓ। ਧੰਨ ਗੁਰੂ ਅਰਜਨ ਦੇ ਪਾਤਸ਼ਾਹ, ਤੁਸੀਂ ਤਰਤੀਬ ਵਿੱਚ ਵੀ ਬਹੁਤ ਕੁਝ ਸਮਝਾਇਆ ਹੋਏ। ਦੇਖੋ, ਪਹਿਲੀ ਬਾਣੀ ਹੈ ਜਪ। ਜਪ ਬਾਣੀ ਦਾ ਅਰਥ ਹੁੰਦਾ ਸਿਮਰਨ, ਬੰਦਗੀ, ਚਿੰਤਨ। ਤੈਨੂੰ ਆਰੰਭ ਗੁਰੂ ਗ੍ਰੰਥ ਸਾਹਿਬ ਦਾ ਸਮਝਾਉਂਦਾ ਹੈ ਕਿ ਪੁੱਤਰ ਜਪ ਨਾਲ ਜੁੜੇਗਾ, ਜਪ ਨਾਲ ਜੁੜ ਕੇ ਇੱਕ ਦਿਨ ਪਰਮਾਤਮਾ ਦੇ ਘਰ ਤੱਕ ਪਹੁੰਚ ਜਾਏ। ਪਰਮਾਤਮਾ ਦੀ ਬੰਦਗੀ ਨਾਲ ਜੁੜ। ਸੋ ਦਰ ਤੈਨੂੰ ਸਮਝਾਉਂਦਾ ਹੈ, ਉਸ ਦਰ ਨਾਲ ਜੁੜ ਜਿਸ ਦਰ ਘਰ ਵਿੱਚ ਬੈਠ ਕੇ ਪਰਮਾਤਮਾ ਸਭ ਨੂੰ ਸੰਭਾਲਦਾ ਪਿਆ। ਸੋ ਪੁਰਖ ਤੈਨੂੰ ਸਮਝਾਉਂਦਾ ਹੈ, ਉਸ ਪੁਰਖ ਨਾਲ ਜੁੜ ਜਿਹੜਾ ਪੁਰਖ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ, ਜਿਹੜੇ ਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹੜੇ ਪੁਰਖ ਦੀ ਗਹਿਰ ਗੰਭੀਰਤਾ ਨੂੰ ਨਹੀਂ ਜਾਣਿਆ ਜਾ ਸਕਦਾ। ਉਹ ਅਕਾਲ ਪੁਰਖ ਦੇ ਨਾਲ ਜੁੜਨਾ ਕਰ। ਸੋਹਿਲਾ ਤੈਨੂੰ ਸਮਝਾਏਗਾ, ਪੁੱਤਰ ਖੁਸ਼ੀ ਦੇ ਗੀਤਾਂ ਨਾਲ ਜੁੜੀ, ਰੱਬ ਦੇ ਗੁਣ ਗਾਈ। ਤੇ ਜਿਹੜੇ ਰੱਬ ਦੇ ਗੁਣ ਗਾ ਕੇ ਜੀਵਨ ਸੰਭਾਲ ਲੈਂਦੇ ਨੇ, ਤੇ ਸਤਿਗੁਰੂ ਕਹਿੰਦੇ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਸਤਿਗੁਰੂ ਕਹਿੰਦੇ ਉਹ ਆਪਣਾ ਅਗਲਾ ਜਾਣ ਵਾਲਾ ਸਮਾਂ ਸੁਹੇਲਾ ਕਰ ਲੈਂਦੇ। ਮੇਰੇ ਸਤਿਗੁਰੂ ਨੇ ਹੁਣ ਪਹਿਲਾ ਰਾਗ ਦਿੱਤਾ ਜੀ, ਸ਼੍ਰੀ ਰਾਗ। ਅਖੀਰ ਵਿੱਚ ਰਾਗ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਪਾਵਨ ਬੀੜ ਲਿਖੀ ਨਾ, ਉਹਦਾ ਆਖਰੀ ਰਾਗ ਸੀ ਪ੍ਰਭਾਤੀ। ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ, ਜਦੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ, ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਉਚਾਰਨ ਕੀਤਾ ਹੋਇਆ ਜੈਜਾਵੰਤੀ ਰਾਗ, ਜਿਹਦੇ 'ਚ ਇਕੱਲੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ, ਉਹ ਅਖੀਰ ਵਿੱਚ ਦਰਜ ਕੀਤਾ। ਪ੍ਰਭਾਤੀ ਤੋਂ ਅੱਗੇ ਜੈਜਾਵੰਤੀ ਦਰਜ ਕਰਨ ਦਾ ਵੀ ਇੱਕ ਅਰਥ ਸੀ। ਸ਼੍ਰੀ ਰਾਗ ਜਿਹੜਾ ਹੈ ਨਾ, ਉਹਨੂੰ ਗਾਉਣ ਦਾ ਵੇਲਾ ਹੈ ਸ਼ਾਮ ਦਾ। ਧਿਆਨ ਕਰਿਓ, ਉਹਨੂੰ ਗਾਉਣ ਦਾ ਇੱਕ ਵੇਲਾ ਹੈ, ਸ਼ਾਮ ਦਾ ਵੇਲਾ ਹੈ। ਪ੍ਰਭਾਤੀ ਨੂੰ ਗਾਉਣ ਦਾ ਵੇਲਾ ਪ੍ਰਭਾਤ ਦਾ ਹੈ। ਪ੍ਰਭਾਤੀ ਦਾ ਅਰਥ ਹੀ ਪ੍ਰਭਾਤ ਹੈ। ਉਹਨੂੰ ਗਾਉਣ ਦਾ ਵੇਲਾ ਪ੍ਰਭਾਤ ਹੈ। ਗੁਰੂ ਅਰਜਨ ਦੇ ਪਾਤਸ਼ਾਹ ਸਮਝਾ ਰਹੇ ਸੀ, ਪੁੱਤਰ ਦੇਖ ਤੇਰੀ ਜ਼ਿੰਦਗੀ ਵਿੱਚ ਜਦੋਂ ਤੂੰ ਬਾਣੀ ਨਾਲ ਜੁੜਿਆ, ਸ਼ਾਇਦ ਅਗਿਆਨਤਾ ਦੀ, ਵਿਕਾਰਾਂ ਦੀ ਤੇ ਮਾਇਆ ਦੀ ਤੇਰੀ ਜ਼ਿੰਦਗੀ 'ਚ ਅੰਧੇਰੀ ਰਾਤ ਹੋਵੇਗੀ, ਪਰ ਜਿੱਦਣ ਤੂੰ ਬਾਣੀ ਨਾਲ ਜੁੜ ਕੇ ਬਾਣੀ ਨਾਲ ਇੱਕਮਿਕ ਹੋ ਗਿਆ, ਇੱਕ ਸਮਾਂ ਆਏਗਾ ਜਦੋਂ ਜ਼ਿੰਦਗੀ 'ਚ ਤੇਰੇ ਗਿਆਨ ਦੀ ਪ੍ਰਭਾਤ ਹੋ ਜਾਏਗੀ। ਬਾਣੀ ਤੈਨੂੰ ਗਿਆਨ ਦਾ ਚਾਨਣ ਦੇਗੀ। ਦੀਵਾ ਬਲੇ ਅੰਧੇਰਾ ਜਾਏ। ਜਿੱਦਣ ਤੇਰੇ ਅੰਦਰੋਂ ਗਿਆਨ ਦਾ ਦੀਪਕ ਜਗ ਗਿਆ, ਤੇਰੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਮਿਟ ਜਾਣੇ। ਬਾਣੀ ਤੈਨੂੰ ਅਗਿਆਨਤਾ ਚੋਂ ਕੱਢ ਕੇ ਗਿਆਨ ਦਾ ਚਾਨਣ ਦਿੰਦੀ ਹੈ। ਤੇ ਗੁਰੂ ਅਰਜਨ ਦੇਵ ਜੀ ਨੇ ਇਸੇ ਲਈ ਕਿਹਾ ਨਾ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਪਹਿਲਾ ਰਾਗ ਸ਼੍ਰੀ ਰਾਗ, ਆਖਰੀ ਰਾਗ ਪ੍ਰਭਾਤੀ ਹੈ। ਜ਼ਿੰਦਗੀ ਦੀ ਅੰਧਕਾਰ ਚੋਂ ਨਿਕਲੇਗਾ, ਬਾਣੀ ਪੜ੍ਹਦਾ ਰਿਹਾ, ਗਿਆਨ ਦਾ ਪ੍ਰਕਾਸ਼ ਹੋ ਜਾਏਗਾ, ਤੇਰੀ ਜ਼ਿੰਦਗੀ 'ਚ ਪ੍ਰਭਾਤ ਹੋਏਗੀ। ਤੇ ਯਾਦ ਰੱਖੀ, ਜਿਨ੍ਹਾਂ ਦੀ ਜ਼ਿੰਦਗੀ 'ਚ ਗਿਆਨ ਹੋ ਜਾਂਦਾ ਹੈ, ਉਹਨਾਂ ਦੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਜੈ ਜੈਕਾਰ ਹੁੰਦੀ। ਆ ਜਿਹੜਾ ਜੈਜਾਵੰਤੀ ਰਾਗ ਹੈ ਜੀ, ਇਹ ਰਾਜਸਥਾਨ ਦਾ ਰਾਗ ਹੈ। ਇਹਦਾ ਅਰਥ ਸੀ, ਜਦੋਂ ਰਾਜਸਥਾਨ ਦੇ ਕਿਸੇ ਨਗਰ 'ਚੋਂ ਨਾ
ਕਿਸੇ ਰਾਜਪੂਤ ਨੌਜਵਾਨ ਨੇ ਜੰਗ ਦੇ ਮੈਦਾਨ ਜਾਣਾ ਹੁੰਦਾ, ਉਹਨੂੰ ਦੋ ਗੱਲਾਂ ਕਹਿ ਕੇ ਤੋਰਿਆ ਜਾਂਦਾ ਸੀ ਜੰਗ ਦੇ ਮੈਦਾਨ 'ਚ। ਪਹਿਲੀ ਗੱਲ ਕਿ ਜੇ ਗਿਆ ਤੇ ਜਿੱਤ ਕੇ ਆਈ, ਜੇ ਤੂੰ ਉਸ ਜੰਗ ਦੇ ਮੈਦਾਨ 'ਚ ਗਿਆ ਤੂੰ ਜਿੱਤ ਨਾ ਸਕਿਆ ਤੇ ਦੂਜਾ ਬਚਨ ਸੀ ਤੂੰ ਸ਼ਹੀਦ ਹੋ ਕੇ ਆਈ ਤਾਂ ਕਿ ਨਗਰ ਨੂੰ ਮਾਣ ਹੋਵੇ। ਦੋਨੇ ਚੀਜ਼ਾਂ ਕਰਕੇ ਆਈ ਤੇ ਨਗਰ ਨੂੰ ਮਾਣ ਹੋਏਗਾ। ਤੇ ਯਾਦ ਰੱਖਿਓ, ਜਦੋਂ ਉਹ ਨੌਜਵਾਨ ਜੰਗ ਦੇ ਮੈਦਾਨ 'ਚੋਂ ਵਾਪਸ ਆਉਂਦਾ ਸੀ ਜਿੱਤ ਕਰਕੇ, ਉਦੋਂ ਇਹ ਜੈ ਜੈਵੰਤੀ ਰਾਗ ਗਾਇਆ ਜਾਂਦਾ ਸੀ। ਇਹਦਾ ਅਰਥ ਸੀ ਜੈ ਜੈਕਾਰ ਦਾ ਰਾਗ। ਗੁਰੂ ਨੇ ਆਖਿਆ, ਪੁੱਤਰ ਜਿੱਦਣ ਤੈਨੂੰ ਗੁਰੂ ਨੇ ਗਿਆਨ ਦਿੱਤਾ, ਤੇਰੇ ਅੰਦਰ ਬਾਣੀ ਦਾ ਗਿਆਨ ਹੋਇਆ, ਇਹ ਗਿਆਨ ਨੇ ਹੀ ਤੇਰੀ ਜ਼ਿੰਦਗੀ ਦੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਜੈ ਜੈਕਾਰ ਕਰਵਾ ਦੇਣੀ। ਜੈ ਜੈਵੰਤੀ ਦਾ ਅਰਥ ਹੁੰਦਾ ਜੈ ਜੈਕਾਰ ਹੋਣੀ, ਪਰ ਉਹਨਾਂ ਦੀ ਹੁੰਦੀ ਹੈ ਜਿਹੜੇ ਬਾਣੀ ਨਾਲ ਪੂਰੀ ਤਰ੍ਹਾਂ ਜੁੜ ਜਾਂਦੇ ਨੇ। ਸਤਿਗੁਰੂ ਨੇ ਤਾਂ ਕਿਰਪਾ ਕੀਤੀ ਨਾ, ਸਾਨੂੰ ਆਖਿਆ, ਪਿਆਰਿਓ ਸੱਚੀ ਬਾਣੀ ਨਾਲ ਜੁੜੋ। ਦੁਨੀਆ ਵਿੱਚ ਬਾਣੀਆਂ ਬੜੀਆਂ ਨੇ, ਕੋਈ ਬਾਣੀ ਕਹਿੰਦੇ, ਕਦੇ ਕੋਈ ਬਾਣੀ ਕਹਿੰਦੇ, ਪਰ ਆ ਜਿਹੜੀ ਬਾਣੀ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ, ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਹੁਣ ਗੁਰੂ ਅਰਜਨ ਦੇਵ ਜੀ ਇਹ ਬਾਣੀ ਲਿਖਵਾਉਂਦੇ ਨੇ। ਕਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਬਾਹਰ ਵੀ ਜਾਣਾ ਪੈਂਦਾ, ਕਿਉਂਕਿ ਗੁਰੂ ਗੱਦੀ ਤੇ ਨੇ। ਕਦੇ ਸੰਗਤਾਂ ਸੱਦ ਲੈਣ, ਉਹਨਾਂ ਨੂੰ ਬਾਹਰ ਜਾਣਾ ਪੈਂਦਾ। ਇੱਕ ਦਿਨ ਭਾਈ ਗੁਰਦਾਸ ਜੀ ਨੂੰ ਸਿੱਖਾਂ ਪੁੱਛਿਆ, ਭਾਈ ਸਾਹਿਬ ਗੁਰੂ ਜੀ ਚਲੇ ਜਾਂਦੇ ਨੇ, ਪਰ ਤੁਹਾਨੂੰ ਹੁਕਮ ਹੈ ਵੀ ਤੁਸੀਂ ਕਾਰਜ ਨਹੀਂ ਰੋਕਣਾ, ਤੁਸੀਂ ਪਿੱਛੋਂ ਵੀ ਬਾਣੀ ਲਿਖਦੇ ਰਹਿੰਦੇ ਹੋ, ਤੁਹਾਨੂੰ ਕਿਵੇਂ ਪਤਾ ਚੱਲਦਾ ਵੀ ਇਹ ਸੱਚੀ ਬਾਣੀ ਹੈ ਕਿ ਕੱਚੀ ਬਾਣੀ? ਤੇ ਭਾਈ ਗੁਰਦਾਸ ਜੀ ਨੇ ਇੱਕ ਉਦਾਹਰਨ ਦਿੱਤੀ। ਕਹਿਣ ਲੱਗੇ, ਉਦਾਹਰਨ ਨੇ ਘਰ ਦਾ ਜਿਹੜਾ ਪਤੀ ਹੈ, ਮੁਖੀ ਹੈ, ਕਿਤੇ ਬਾਹਰ ਗਿਆ ਹੋਵੇ, ਸਾਧ ਸੰਗਤ ਜੀ ਘਰ ਵਿੱਚ ਪਤਨੀ ਇਕੱਲੀ ਹੋਵੇ ਤੇ ਸਾਧ ਸੰਗਤ ਉਹ ਪਤੀ ਵਾਪਸ ਮੁੜੇ ਤੇ ਵਾਪਸ ਮੁੜਦੇ ਹੋਏ ਪਤੀ ਨੂੰ ਉਹ ਜਦੋਂ ਬੂਹਾ ਖਟਖਟਾਏ, ਅੰਦਰੋਂ ਪਤਨੀ ਆਵਾਜ਼ ਦੇਵੇ, ਕੌਣ? ਤੇ ਪਤੀ ਦੇ ਮੁਖ ਤੋਂ ਨਿਕਲਦਾ, ਮੈਂ ਹਾਂ ਭਗਵਾਨੇ। ਬਸ ਇੰਨਾ ਕਹਿਣ ਦੀ ਦੇਰ ਹੈ, ਪਤੀ ਨੂੰ ਆਵਾਜ਼ ਤੋਂ ਹੀ ਪਹਿਚਾਣ ਲੈਂਦੀ ਹੈ ਪਤਨੀ ਆਵਾਜ਼ ਤੋਂ ਹੀ ਪਹਿਚਾਣਦੀ। ਕਹਿਣ ਲੱਗੇ ਭਾਈ ਗੁਰਦਾਸ ਜੀ ਕਹਿੰਦੇ, ਗੁਰਸਿੱਖੋ ਤੁਸੀਂ ਪੁੱਛਿਆ ਤੁਹਾਨੂੰ ਕਿਵੇਂ ਪਤਾ ਚੱਲਦਾ ਵੀ ਸੱਚੀ ਹੈ ਕੱਚੀ ਬਾਣੀ ਹੈ? ਕਹਿਣ ਲੱਗੇ, ਜਦੋਂ ਮੇਰਾ ਗੁਰੂ ਨਾਨਕ ਬੋਲਦਾ ਹੈ ਨਾ, ਮੈਂ ਆਵਾਜ਼ ਤੋਂ ਹੀ ਪਹਿਚਾਣ ਲੈਂਦਾ ਵੀ ਮੇਰਾ ਗੁਰੂ ਨਾਨਕ ਬੋਲ ਰਿਹਾ ਹੈ, ਮੇਰਾ ਗੁਰੂ ਅੰਗਦ ਬੋਲ ਰਿਹਾ ਹੈ, ਮੇਰਾ ਗੁਰੂ ਅਮਰਦਾਸ ਬੋਲ ਰਿਹਾ ਹੈ, ਮੇਰਾ ਗੁਰੂ ਰਾਮਦਾਸ ਬੋਲ ਰਿਹਾ ਹੈ, ਇਹ ਪੰਕਤੀਆਂ ਚੋਂ ਭਗਤ ਕਬੀਰ ਬੋਲ ਰਿਹਾ ਹੈ, ਭਗਤ ਫਰੀਦ ਬੋਲ ਰਿਹਾ ਹੈ। ਮੈਨੂੰ ਬੋਲਾਂ ਵਿੱਚੋਂ ਹੀ ਪਹਿਚਾਣ ਹੋ ਜਾਂਦੀ। ਧਿਆਨ ਕਰਿਓ, ਇਹ ਪਹਿਚਾਣ ਕਿਵੇਂ ਹੋਵੇਗੀ? ਜਦੋਂ ਅੰਦਰ ਜੁੜਿਆ ਹੋਏਗਾ। ਭਾਈ ਗੁਰਦਾਸ ਨੇ ਇੱਕ ਆਪਣੇ ਹੱਥ ਵਿੱਚ ਕਲਮ ਪਕੜ ਕੇ ਅੱਖਰ ਲਿਖਿਆ ਸੀ। ਗੁਰੂ ਅਰਜਨ ਦੇਵ ਜੀ ਨੇ ਜਿਹੜੀ ਇੱਕ ਕਿਰਪਾ ਕੀਤੀ, ਜਦੋਂ ਬਾਣੀ ਲਿਖ ਰਹੇ ਨੇ ਤਰਤੀਬ ਦੇ ਕੇ, ਉਹਨਾਂ ਨੇ 21 ਵਾਰਾਂ ਜਿਹੜੀਆਂ ਸੀ ਉਹ ਦਰਜ ਕੀਤੀਆਂ ਨੇ। ਮੈਂ ਇਸ ਲਈ ਵਾਰਾਂ ਦੀ ਗੱਲ ਕਰ ਰਿਹਾ, ਯਾਦ ਰੱਖਿਓ ਸਭ ਤੋਂ ਵੱਧ ਸਮਾਂ ਗੁਰੂ ਅਰਜਨ ਦੇਵ ਜੀ ਨੂੰ ਵਾਰਾਂ ਦਰਜ ਕਰਨ ਵਿੱਚ ਲੱਗਿਆ। ਉਹ ਕਿਉਂ? ਕਿਉਂਕਿ ਜਿਹੜੀਆਂ ਵਾਰਾਂ ਗੁਰੂ ਸਾਹਿਬਾਨ ਨੇ ਲਿਖੀਆਂ ਸੀ ਉਹ ਸਾਰੀਆਂ ਵਾਰਾਂ ਕੇਵਲ ਪੌੜੀਆਂ ਸਨ, ਕੇਵਲ ਪੌੜੀਆਂ ਸੀ। ਉਹਨਾਂ ਦੇ ਨਾਲ ਜਿਹੜੇ ਢੁਕਦੇ ਸ਼ਲੋਕ ਨੇ ਉਹ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ ਨੇ। ਤੁਸੀਂ ਕਈ ਵਾਰ ਪੜ੍ਹਦੇ ਹੋ, ਮੈਂ ਇੱਕ ਦਿਨ ਸੋਰਠ ਕੀ ਵਾਰ ਪੜ੍ਹ ਰਿਹਾ ਸੀ। ਸੋਰਠ ਕੀ ਵਾਰ ਮਹੱਲਾ ਚੌਥਾ, ਤੁਸੀਂ ਕਦੇ ਪੜ੍ਹ ਕੇ ਵੇਖਿਓ? ਸੋਰਠ ਕੀ ਵਾਰ ਮਹੱਲਾ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਤੇ ਨਾਲ ਹੀ ਲਿਖਿਆ ਸ਼ਲੋਕ ਮਹੱਲਾ ਤੀਜਾ। ਇੱਕਦਮ ਮਨ ਚ ਆਏਗਾ ਵੀ ਉੱਤੇ ਲਿਖਿਆ ਸੋਰਠ ਕੀ ਵਾਰ ਮਹੱਲਾ ਚੌਥਾ ਤੇ ਥੱਲੇ ਸ਼ਲੋਕ ਮਹੱਲਾ ਤੀਜਾ। ਅਸਲ ਵਿੱਚ ਮੈਂ ਦੱਸਣਾ ਚਾਹੁੰਦਾ
इस पावन वार विच जिन्नियां पौड़ियां ने सारियां गुरु रामदास जी दियां ते सलोक वक्खो वक्ख गुरुआं दे होणगे, क्योंकि सलोक गुरु अर्जन देव जी ने दर्ज कीते पौड़ियां दे नाल। पहला कल्लियां वारां विच पौड़ियां सन ते सलोक गुरु अर्जन देव जी ने दर्ज कर दिते। जेड़े सलोक वारां विच लगण तो बच गए, हुण ध्यान करियो जिन्हां ने गुरु ग्रंथ साहिब पढ़िया होवे, तुसी अखीर च जाके वेखियो जेड़े सलोक वारां विच लगण तो बच गए, गुरु अर्जन देव जी ने उन्होंने अखीर च दर्ज करके उत्ते सरलेख पाया, सलोक वारां ते वधीक, सलोक वारां ते वधीक। ये वो सलोक ने जेड़े वारां तो वध गए, वो इत्थे दर्ज ने, पर जेड़े वारां च लग गए वो गुरु ने दर्ज कर दिते गए। ते जदों ये वारां लिखियां गईयां ना दुआरे करके सलोक दर्ज करके, हुण तुसी कदे भी देखियो वारां दे अखीर च ही शब्द शुद्ध आउंदा है, शब्दां दे अखीर च शुद्ध नहीं आउंदा। 21 वारां ने, उन्हां चों कई वारां ने जिन्हां दे अखीर च शब्द शुद्ध आउंदा है। आसा की वार पढ़दे हो, अखीर च आउंदा शुद्ध। ध्यान करियो सोरठ की वार पढ़दे हो, धन 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 गुर सोई अखीर चाहुंदे शुद्ध। वो शुद्ध की है, गुरु अर्जन देव जी लिखवाउंदे सन ते दुआरे चेक करके गुरु अर्जन देव पातशाह उत्थे शुद्ध लिखदे सी भी इत्थे तक शुद्ध है। हुण जदों सारा कुछ लिखिया गया, अखीर च गुरु ने किरपा कीती, उन्होंने एक शब्द पाए ने 2, और शब्द कोई राग नहीं हैं। मुदावणी महला पंजवा। मुदावणी कोई राग नहीं है। मुदावणी का अर्थ हुंदा मुंदना, मुदावणी का अर्थ हुंदा मोर छाप। गुरु अर्जन दे पातशाह समुच्चा गुरु ग्रंथ साहिब तैयार करके अखीर च मुदावणी पाउंदे। कमाल दी गल है, गुरु गोबिंद सिंह जी ने भी पावन बीड़ लिखवाई भाई मनी सिंह पासों। ते याद रखियो गुरु तेग बहादुर जी की बाणी दर्ज करके मुदावणी नहीं हिली, मुदावणी उत्थी दर्ज की गई, मुदावणी नहीं बदली। मुदावणी का अर्थ की हुंदा है जी, मोर छाप। एक राजा जदों दूजे राजे नूं कोई खुफिया जानकारी भेजदा है तो एक बड़ी जिहड़ी महत्वपूर्ण मोहर लाउंदा है, वो मोहर नूं राजे ने लाई है, राजा ही खोल सकता है, कोई दूजा नहीं खोल सकता। याद रखियो गुरु अर्जन मुदावणी ला के गया, गुरु गोबिंद सिंह ने खोली, तेग बहादुर जी की बाणी दर्ज की, फिर मुदावणी ला दी। मुदावणी की थां नहीं बदली, मुदावणी उत्थे ही है। ते मुदावणी विच है कि एडा वड्डा कि मुदावणी थां विच चेंज नहीं हुई, मुदावणी दी मोहर छाप चेंज नहीं हुई। असल विच मुदावणी च तां समुच्चा भाव लखिया होया सी गुरु। मुदावणी महला पंजवा। ते की आखिया गुरु अर्जन देव जी ने अखीर च, कहंदे थाल विच 3 वस्तु पईओ। हे गुरसिखो, ये गुरु ग्रंथ साहिब रूपी थाल तैयार हो गया है, इहदे च 3 वस्तुआं पईआं ने। किहड़ियां किहड़ियां? 7 संतोख विचारो, ते तीजी वस्त है अमृत नाम ठाकुर का पयो जिसका सबस आधारो। ये 3 चीजां ने गुरु ग्रंथ साहिब च 7 पे है। इहदा आरंभ आद सच जुगाद सच तो हुंदा है ते समुच्ची बाणी सच नाल जोड़दी है। गुरु ग्रंथ साहिब च किधरे नहीं आखिया जांदा पुत्र तू लालच करी, इत्थे तैनूं संतोख सिखाया जांदा है। इत्थे तैनूं सिखाया जांदा है पुत्र लालच वस ना होवी, संतोख विच रमी। संतोख की गल आई ते तीजा बचन अमृत नाम ठाकुर का पे। एक एक शब्द सानू रब दे नाम नाल जोड़दा है, एक एक शब्द सानू रब दी बंदगी नाल जोड़दा है। ते फिर आखिया सी अगे पुत्र पिया तां है पर अगला कम तेरा है, और वो कम केड़ा है? जेको खावे जेको भुंचै तिसका होए उधारो। आ कम तय करना। भुंचण का अर्थ की है जी? बाणी पढ़नी, बाणी सुननी, ते अपनी जिंदगी दे अंदर भुंचण का अर्थ हुंदा पचा लेनी। जिन्नी तू बाणी पढ़ी सुनी है ना, उन्हों पचाउणा भी है, उसकी कमाई भी करनी, उन्होंने मनना भी है। सतगुरु मन के की होएगा? कहन लगे तिसका होए उधारो, फिर उदा उधार है।
सतगुरु की बाणी कदे कदे पढ़ लईए कि बाणी कदे कदे पढ़ीए, क्योंकि मेरी आदत है भी मैं संगरांद वाले दिन ही जावां बाणी सुन। गुरु नूं कदे पुछ लो गल्लां ते सतगुरु कहंदे पुत्तर आ मैं तैनूं दसां, मैं मधावणी च एक गल ये भी लिखी है भी ये बाणी नूं जेको खावे जेको भुंचे तिसका होए उधारो, पर नाल ये भी लिखे भी ये वस्त तजी ना जाई। ये जिहड़ी वस्त है ना ये तजन वाली नहीं है, ये छड्डण वाली नहीं है। ये नहीं भी बाणी मैं कदे कदे पढ़ा, ना मैं रोज पढ़ा। सतगुरु कहंदे वस्त तजी ना जाई, नित नित रख और धारो। और कहंदे हिरदे नूं अपने हिरदे विच धारण करके रोज रखी पुत्र, नित नित रख और धारो। सतगुरु फिर की होएगा? कहंदे तम संसार, ये है संसार अंधकार। तम संसार, तम कहंदे अंधेरे नूं, तम संसार चरण लग तरिए, गुरु के चरनी लग जाई तर जाएगा। ते जेड़े गुरु के चरनी लग गए, बाणी नाल जुड़ गए, तम संसार चरण लग तरिए, सब नानक ब्रह्म पसारो। उन्हां नूं फिर सारियां विच भाई कन्हैये दी तरह ब्रह्म दा पसारा नजर आएगा। बाणी नूं हिरदे विच वसाउणे, ते जिन्हां दे बाणी हिरदे वसी प्यारिओ हंकार नहीं करदा। देखो अखीरला सलोक है जी, मैं कह के समाप्ति करा, मेरा समा लगभग हो चुके है। गुरु ने अखीर च की कहा? देखो एडा वड्डा महान कार्य करके पूरा गुरु ग्रंथ साहिब जी लिख के संपादना करके गुरु नूं रत्ता भर भी हंकार नहीं। असी थोड़ा जिहा काम कर लईए ना सानू हंकार हुंदा है। गुरु ने पूरा गुरु ग्रंथ साहिब लिखाया ते एक भी हंकार दा बोल नहीं बोलिया, सगों अखीर च की कहा? हे वाहिगुरु तेरा कीता जातो नाही, मैनू जोग कितों ही, जोग दा अर्थ हुंदा जोड़ना, तैं मैनू आप जोड़े इस कारज विच, मेरे कोल ताकत नहीं सी भी मैं कारज कर सकां। तेरा कीता जातो नाही, मैनू जोग कितोई, मैं निर्गुण आरे को गुण नाही, आपे तरस पियोई। ध्यान करियो, गुरु ने एडा साडी जिंदगी नूं सिद्धांत दिता, पुत्र हंकार ना करी, निरंकार नाल जुड़ के कहीं वाहिगुरु, कहो नानक सब तेरी वडियाई, कोई नाउ न जाने मेरा। गुरु ग्रंथ साहिब दी संपादना हुई, प्रकाश 1604 विच श्री दरबार साहिब दी पावन धरती ते होया। ते सतगुरु ने बाबा बुढ़ा जी नूं 98 साल दी उम्र विच पहले ग्रंथी थापिया। इन्नी बजुर्गी विच ग्रंथी थाप के उन्हां दे सिर दे उत्ते गुरु ग्रंथ साहिब दी बीड़ टकाई। आप पिछे चौर करदियां शब्द पढ़दियां मेरा सतगुरु दरबार साहिब बीड़ लेके पहुंचे ने, ते बचन सी बाबा बुढ़ा खोलो अब ग्रंथ, ले आवाज सुने सब पंथ। पहले हुक्मनामे नूं आवाजा कहंदे सी, आवाजा लेना, कहंदे ले आवाज सुने सब पंथ, अदब सहित बुढ़ा तब खोला, ले आवाज बुढ़ा तब बोला, सूही महला पंजवा, संतां के कारज आप खलोआ, हर कम करावण आया राह। ये पहला हुक्मनामा सी। साध संगत अज तुसी 11 भादरों दी ओ मस्सिया दे दिहाड़े ते हाजरी भर रहे हो, ते गुरु ग्रंथ साहिब दे पावन हजूरी विच सदा वर्त साहिब दे पावन अस्थान ते जिथे वक्खो वक्ख गुरुआं ने चरण पाए ने, इस पवित्र अस्थान ते हाजरी भर रहे हो। कोशिश करो कि अज असी गुरु ग्रंथ साहिब दी हजूरी विच ये सिख के जाइए कि अज तो बाद मेरा गुरु गुरु केवल गुरु ग्रंथ साहिब पातशाह। एवें लोकी भटकदे दंभियां पखंडियां दे डेरियां ते गुरु ग्रंथ जिहा गुरु केड़ा है जहान ते। ऐसे गुरु दे चरनी लगो जिहड़ा तुहानू आत्मिक ज्ञान नाल भर देगा। साध संगत सतगुरु किरपा करन, इन्नियां को विचारां प्रवान करनियां। कोटन कोट धन्नवाद है धन धन गुरु ग्रंथ साहिब पातशाह जी का, जिन्हां दी गोद विच बैठ विचारां करन दा सुभाग मिलिया। धन्नवाद है इस्त्री सतसंग सभा, खास कर बीबी अमरजीत कौर जी का,
ਤੇ ਸਮੂਹ ਜੋ ਇਲਾਕੇ ਦੀ ਸੰਗਤ ਹੈ ਉਹਨਾਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਦਾਸ ਨੂੰ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਧੰਨਵਾਦ ਹੈ ਵੀਰ ਅਮਰਜੀਤ ਸਿੰਘ ਜੀ ਦਾ, ਮੈਨੇਜਰ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ, ਸਾਧ ਸੰਗਤ ਜਿਨ੍ਹਾਂ ਨੇ ਇਹ ਸਹਿਯੋਗ ਬਖਸ਼ਿਆ ਹੈ ਕਿ ਸਮਾਗਮ ਚੱਲ ਰਿਹਾ ਹੈ। ਸਤਿਗੁਰੂ ਸਾਡੇ ਤੇ ਕਿਰਪਾ ਕਰਨ। ਸਾਡੇ ਪਾਸ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਿੰਘ ਜੀ ਲੱਖੇਵਾਲ ਮੈਂਬਰ ਵੀ ਪਹੁੰਚੇ ਨੇ। ਗੁਰੂ ਕਿਰਪਾ ਕਰੇ, ਸਭਨਾਂ ਦਾ ਧੰਨਵਾਦ ਹੈ। ਇਸੇ ਤਰ੍ਹਾਂ ਸਾਨੂੰ ਬਾਣੀ ਤੇ ਬਾਣੀ ਨਾਲ ਸਤਿਗੁਰੂ ਜੋੜੀ ਰੱਖਣ। ਗੁਰੂ ਕਿਰਪਾ ਕਰੇ। ਇੰਨੀਆਂ ਕੁ ਵਿਚਾਰਾਂ ਦੀ ਪ੍ਰਵਾਨਗੀ ਦਿੰਦਿਆਂ ਹੋਇਆਂ ਦਿਓ ਜੀ ਅਸੀਸ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।